Hello everyone, welcome to Stars of Knowledge London channel. Guys, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੀਡਿੰਗ ਦਾ ਇੱਕ ਪੈਸੇਜ ਕਰਾਂਗੇ. I've chose a passage that is glowworms, passage number 3. Well, ਉਸ ਪੈਸੇਜ ਦੇ ਵਿੱਚ 28 to 40 questions ਨੇ, but I have only chosen 34 to 40 ਜੋ ਕਿ ਸਾਡੇ true, false and not given statements ਦੇ related ਆ. So overall ਅੱਜ ਦੀ ਵੀਡੀਓ ਆਪਣੀ ਰੀਡਿੰਗ ਪੈਸੇਜ ਦੇ true, false and not given ਦੇ ਉੱਪਰ ਆ. ਅੱਜ ਦੇ ਵਿੱਚ ਆਪਾਂ ਸਾਰੇ ਕੁਐਸਚਨਸ ਤੋਂ ਗੋ ਥਰੂ ਹੋਵਾਂਗੇ. ਵਿਲ ਗੋ ਥਰੂ ਵਿਦ ਆਲ ਦ ਪੈਰਾਗ੍ਰਾਫਸ ਜਿਹੜੇ ਇਹਦੇ ਵਿੱਚ ਦਿੱਤੇ ਆ ਐਂਡ ਵੀ ਟਰਾਈ ਟੂ ਰਿਲੇਟ ਦੈਮ. ਤੁਹਾਨੂੰ ਬਸ ਇਹ ਜਾਣਨ ਦੀ ਲੋੜ ਆ ਕਿ ਹਾਊ ਈਜ਼ੀ ਇਟ ਇਜ਼. ਠੀਕ ਹੈ, ਜੇ ਤੁਸੀਂ ਉਹਨੂੰ ਬਹੁਤ ਧਿਆਨ ਦੇ ਨਾਲ ਇੱਕ ਇੱਕ ਕਰਕੇ ਕਰੋ ਇਟਸ ਵੈਰੀ ਈਜ਼ੀ. ਐਂਡ ਵਨ ਥਿੰਗ ਮੋਰ ਗਾਈਜ਼, ਪਹਿਲਾਂ ਆਪਣੇ ਆਨਸਰਸ ਨੂੰ ਆਪਣੀ ਰੀਡਿੰਗ ਦੇ ਵਿੱਚ ਚੀਜ਼ਾਂ ਨੂੰ ਸਹੀ ਕਰਨੀਆਂ ਸਿੱਖੋ. ਆਲਵੇਜ਼ ਟਰਾਈ ਟੂ ਗੈਟ ਦ ਰਾਈਟ ਆਨਸਰਸ. ਉਸ ਤੋਂ ਬਾਅਦ 'ਚ ਆਪਣੀ ਟਾਈਮ ਮੈਨੇਜਮੈਂਟ ਦੇ ਉੱਪਰ ਕੰਮ ਕਰੋ. ਆਈ ਨੋ ਕਿ ਰੀਡਿੰਗ ਦਾ ਇੱਕ ਟੈਟ ਹੁੰਦਾ ਆ. ਠੀਕ ਆ, ਤੁਹਾਡੇ ਕੋਲ ਲਿਮਿਟਡ ਟਾਈਮ ਹੁੰਦਾ, ਤੁਸੀਂ ਉਸ 1 ਆਵਰ ਦੇ ਵਿੱਚ ਸਾਰੇ ਪੈਸੇਜਿਸ ਕਰਨੇ ਹੁੰਦੇ ਆ. ਐਂਡ ਲਾਈਕ ਆਈ ਆਲਵੇਜ਼ ਸੇਜ਼ ਕਿ ਟਰਾਈ ਟੂ ਡੂ ਦ ਫਸਟ ਐਂਡ ਸੈਕਿੰਡ ਪੈਸੇਜਿਸ ਲਿਟਲ अर्ਲੀਅਰ ਦੈਨ ਦ ਟਾਈਮ ਡਿਵਾਈਡਡ. ਠੀਕ ਹੈ, ਬਟ ਜੇ ਤੁਸੀਂ ਰੀਡਿੰਗ ਦਾ ਐਗਜ਼ਾਮ ਦੇਣਾ ਆ ਐਂਡ ਯੂ ਆਰ ਪ੍ਰੈਕਟਿਸਿੰਗ ਫੋਰ ਇਟ ਅਤੇ ਤੁਹਾਡੇ ਆਨਸਰ ਸਹੀ ਨਹੀਂ ਹੋ ਰਹੇ ਜਾਂ ਗਲਤ ਹੋ ਰਹੇ ਆ, ਦੈਨ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਸਹੀ ਕਰਨ 'ਤੇ ਜਾਓ. ਉਸ ਤੋਂ ਬਾਅਦ ਵਿੱਚ ਆਪਣੇ ਟੈਟ ਨੂੰ, ਟਾਈਮ ਮੈਨੇਜਮੈਂਟ ਨੂੰ ਠੀਕ ਕਰੋ ਕਿ ਹਾਂ ਜੀ ਇੰਨਾ ਹੀ ਟਾਈਮ ਦੇ ਅੰਦਰ ਮੈਂ ਕਰਨ ਦੀ ਕੋਸ਼ਿਸ਼ ਕਰਨੀ. ਬਟ ਫਸਟ ਟਰਾਈ ਟੂ ਗੈਟ ਆਲ ਦ ਰਾਈਟ ਆਨਸਰਸ ਐਂਡ ਦੈਨ ਸਟਾਰਟ ਵਰਕਿੰਗ ਔਨ ਯੋਰ ਟਾਈਮ ਮੈਨੇਜਮੈਂਟ. ਠੀਕ ਹੈ, ਆਪਾਂ ਸ਼ੁਰੂ ਕਰਦੇ ਹਾਂ. ਸੋ ਸਭ ਤੋਂ ਪਹਿਲਾਂ ਆਪਣਾ ਕੁਐਸਚਨ ਹੈਗਾ ਆ, ਸਾਇੰਟਿਸਟ ਹੈਵ ਓਨਲੀ ਰੀਸੈਂਟਲੀ ਬੀਨ ਏਬਲ ਟੂ ਲਿਸਟ ਦੀ ਐਗਜ਼ੈਕਟ numbers of glowworm species. So just try to understand ਕਿ ਇਹ ਕੁਐਸਚਨ 'ਚ ਉਹਨਾਂ ਨੇ ਤੁਹਾਨੂੰ ਕੀ ਪੁੱਛਿਆ. ਸਟੇਟਮੈਂਟ ਕੀ ਕਹਿ ਰਹੀ ਆ? ਸਟੇਟਮੈਂਟ ਕਹਿ ਰਹੀ ਆ ਸਾਇੰਟਿਸਟ ਹੈਵ ਓਨਲੀ ਰੀਸੈਂਟਲੀ, ਹੁਣੇ ਰੀਸੈਂਟਲੀ ਮਤਲਬ ਕਿ ਹੁਣ ਦੇ ਟਾਈਮ ਦੇ ਵਿੱਚ ਏਬਲ ਟੂ ਲਿਸਟ ਦਾ ਐਗਜ਼ੈਕਟ ਨੰਬਰ ਆਫ glowworms. ਐਗਜ਼ੈਕਟ ਨੰਬਰ ਦਾ ਮਤਲਬ ਬਿਲਕੁਲ ਉਹੀ ਨੰਬਰ. ਜੇ 2 ਆ ਤਾਂ ਮਤਲਬ 2, ਜੇ 3 ਆ ਔਰ ਇਟਸ 3, 2000, 5000, 5000 ਐਗਜ਼ੈਕਟ ਨੰਬਰ. ਨਾ ਇੱਕ ਨੰਬਰ ਘੱਟ ਨਾ ਇੱਕ ਨੰਬਰ ਵੱਧ. ਸੋ ਆਪਾਂ ਉਸ ਪੈਰਾਗ੍ਰਾਫ 'ਚ ਦੇਖਣਾ ਹੈ ਕਿ ਉਹਨਾਂ ਨੇ ਕੀ ਐਗਜ਼ੈਕਟ ਨੰਬਰ ਗਲੋਵਰਮ ਸਪੀਸੀਜ਼ ਦਾ ਦੱਸਿਆ ਕਿ ਗਲੋਵਰਮ ਸਪੀਸੀਜ਼ ਇਸ ਪੂਰੀ ਵਰਡ ਦੇ ਵਿੱਚ ਇੰਨੀਆਂ ਆ. ਦਿਸ ਇਜ਼ ਦਾ ਐਗਜ਼ੈਕਟ ਨੰਬਰ. ਠੀਕ ਹੈ, ਜੇ ਉਹਨਾਂ ਨੇ ਉਹ ਐਗਜ਼ੈਕਟ ਨੰਬਰ ਦੱਸਿਆ ਕਿ ਦਿਸ ਇਜ਼ ਐਗਜ਼ੈਕਟ ਨੰਬਰ ਇਨ ਦਾ ਵਰਡ, ਫਿਰ ਆਪਣੇ ਲਈ ਇਹ ਟਰੂ ਆਊਗੀ. ਜੇ ਨਹੀਂ ਦੱਸਿਆ ਹੈਗਾ ਤਾਂ ਨਹੀਂ ਆਊਗੀ. ਸੋ ਲੈਟਸ ਸਟਾਰਟ ਰੀਡ ਦਾ ਪੈਰਾਗ੍ਰਾਫ. So paragraph A ਕਹਿੰਦਾ ਆ, the glowworm belongs to a family of beetles known as the lamprey or fireflies. The fireflies are a huge group of containing over 2000 species with new ones being discovered all the time. So ਹਰ ਟਾਈਮ ਉਹ ਕਹਿੰਦੇ ਕਿ glowworm beetles family ਨੂੰ ਬਿਲੋਂਗ ਕਰਦੇ ਆ. fireflies ਵੀ ਉਹਨਾਂ ਨੂੰ ਕਹਿੰਦੇ ਆ. ਇਹਨਾਂ ਦਾ ਇੱਕ ਬਹੁਤ ਵੱਡਾ ਗਰੁੱਪ ਆ ਜਿਹਦੇ ਵਿੱਚ 2000 ਤੋਂ ਜ਼ਿਆਦਾ ਸਪੀਸੀਜ਼ ਆ. ਉਹਨਾਂ ਦੀਆਂ ਅਲੱਗ-ਅਲੱਗ ਡਿਫਰੈਂਟ ਟਾਈਪ ਦੀਆਂ ਫੋਰਮਸ ਆ, ਉਹਦੀਆਂ ਬਹੁਤ ਸਾਰੀਆਂ ਸਪੀਸੀਜ਼ ਆ ਜਿਹਦੇ ਵਿੱਚ ਨਵੀਆਂ ਬਾਰ-ਬਾਰ ਡਿਸਕਵਰ ਹੁੰਦੀਆਂ ਰਹਿੰਦੀਆਂ ਆਲ ਦ ਟਾਈਮ. ਸੋ ਨਥਿੰਗ ਰੀਸੈਂਟਲੀ, not any exact number is given here. The feature which makes fireflies and glowworms so appealing is their ability to produce an often dazzling display of light. ਸੋ ਉਹਨਾਂ ਨੂੰ ਦੇਖ ਕੇ ਲੋਕ ਅਟਰੈਕਟ ਇਸ ਲਈ ਹੁੰਦੇ ਕਿਉਂਕਿ ਉਹਨਾਂ 'ਚ ਅਬਿਲਿਟੀ ਹੁੰਦੀ ਆ ਲਾਈਟ ਦੀ. The light is used by the adult fireflies as a signal to attract a mate. So guys, ਆਪਾਂ ਜੇ ਫਸਟ ਪੈਰਾਗ੍ਰਾਫ ਦੀਆਂ ਫਸਟ ਕਪਲ ਲਾਈਨਸ ਰੀਡ ਕੀਤੀਆਂ ਉਹਦੇ ਵਿੱਚ ਆਪਾਂ ਦੇਖਿਆ ਕਿ ਉਹਨਾਂ ਨੇ ਕੋਈ ਵੀ ਨੰਬਰ ਦੀ ਐਗਜ਼ੈਕਟ ਨੰਬਰ ਦੀ ਕਿ ਕਿੰਨੀਆਂ ਹੈਗੀਆਂ ਆ ਸਪੀਸੀਜ਼ ਉਹਦੀ ਕੋਈ ਗੱਲ ਨਹੀਂ ਕੀਤੀ. ਐਗਜ਼ੈਕਟ ਨੰਬਰ ਨਹੀਂ ਦੱਸਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਓਵਰ 2000 ਹੈਗੀਆਂ, ਓਵਰ 2000 ਕਿ 2000 ਤੋਂ ਜ਼ਿਆਦਾ ਆ, ਬਟ ਕਿੰਨੀਆਂ ਆ ਐਗਜ਼ੈਕਟਲੀ ਦੇ ਹੈਵ ਨੋ ਆਈਡੀਆ. ਠੀਕ ਹੈ, ਅਤੇ ਨਵੀਆਂ ਬਾਰ-ਬਾਰ ਡਿਸਕਵਰ ਹੁੰਦੀਆਂ ਰਹਿੰਦੀਆਂ ਹੈ. ਸੋ ਦੇ ਹੈਵ ਨੋ ਆਈਡੀਆ ਕਿ ਕਿੰਨੀਆਂ ਆ. ਠੀਕ ਹੈ, ਉਹਨਾਂ ਨੇ ਐਗਜ਼ੈਕਟ ਨੰਬਰ ਸਾਨੂੰ ਨਹੀਂ ਦਿੱਤਾ ਹੈਗਾ. ਸੋ ਦੈਟ ਮੀਨਸ ਕਿ ਜਿਹੜਾ ਸਾਡਾ ਫਸਟ ਆਨਸਰ ਆ ਜਾਊਗਾ ਦੈਟ ਵਿਲ ਬੀ ਅ ਨਾਟ ਗਿਵਨ ਕਿਉਂਕਿ ਉਹਨਾਂ ਨੇ ਸਾਨੂੰ ਐਗਜ਼ੈਕਟ ਨੰਬਰ ਨਹੀਂ ਦੱਸਿਆ ਬਿਕੋਜ਼ ਉਹਨਾਂ ਨੂੰ ਖੁਦ ਨੂੰ ਐਗਜ਼ੈਕਟ ਨੰਬਰ ਨਹੀਂ ਹੈਗਾ. ਲੈਟਸ ਮੂਵ ਔਨ. ਗਾਇਸ, ਟਰੂ ਫਾਲਸ ਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਕਿ ਇਹ ਸਿਮਿਟਰੀ ਨੂੰ ਫੋਲੋ ਕਰਦੇ. ਦਿਸ ਅ ਹਾਇਰਾਰਕੀ ਟੂ ਦੈਟ. Systematic ਹੁੰਦੇ ਆ mostly. If there are like 6 paragraphs and you have 6 true false, mostly high probably 1 2 3 4 5 6 1 2 3 4 5 6 ਤੁਹਾਨੂੰ ਇਸ ਤਰ੍ਹਾਂ ਹੀ ਆਪਣੇ ਆਨਸਰਸ ਮਿਲੂਗੇ.
ਲੈਟਸ ਮੂਵ ਔਨ ਟੂ ਨੈਕਸਟ ਸਟੇਟਮੈਂਟ। ਹੁਣ ਆਪਾਂ ਸੈਕਿੰਡ ਸਟੇਟਮੈਂਟ ਪੜ੍ਹਦੇ ਹਾਂ। The first fireflies appeared 30 million years ago। ਉਹ ਕਹਿੰਦੇ ਆ ਕਿ ਜਿਹੜੀ ਫਸਟ ਫਾਇਰਫਲਾਈ ਸੀਗੀ ਅਪੇਅਰ ਕੀਤੀ, ਮਤਲਬ ਸਭ ਤੋਂ ਪਹਿਲੀ ਵਾਰੀ ਕਦੋਂ ਅਪੇਅਰ ਕੀਤੀ? 30 million years ago। 30 million years ago। Let's move on to the next one. Let's see B paragraph। So ਜੇ ਤੁਸੀਂ ਪਹਿਲਾਂ ਨੂੰ ਧਿਆਨ ਨਾਲ ਦੇਖੋ, let's just quickly go through it, just give it a quick look, and if you give it a quick look you say कि you can see the word 30 million years ago। so ਤੁਸੀਂ 30 million years word ਦੇਖ ਰਹੇ ਆ। ਤੁਹਾਡੇ ਸੈਕਿੰਡ ਵਾਲੇ ਦੇ ਵਿੱਚ ਲਿਖਿਆ ਹੈ the first fireflies appeared 30 million years ago। so let's skip the B, the top, let's not waste our time over there, let's read this first। fireflies very similar to those we seen today। fireflies ਬਹੁਤ ਸਿਮਿਲਰ ਆ ਜਿਹੜੀਆਂ ਆਪਾਂ ਅੱਜ ਦੇ ਟਾਈਮ 'ਚ ਦੇਖਦੇ ਹਾਂ। have been found fossilized in rocks which were formed about 30 million years ago। ਤੇ ਕਹਿੰਦੇ ਉਹਨਾਂ ਰੌਕਸ ਦੇ ਵਿੱਚ ਮਿਲਦੀਆਂ ਜਿਹੜੀਆਂ ਰੌਕਸ ਆਪਾਂ ਨੂੰ ਅੱਜ ਤੋਂ 30 million years ago ਫਾਰਮ ਹੋਏ ਸੀਗੇ। and their ancestors were probably glowing long before then। ਸੋ ਆਹ ਚੀਜ਼ ਨੂੰ ਧਿਆਨ ਨਾਲ ਸੁਣਿਓ। ਉਹ ਕਹਿ ਰਿਹਾ ਕਿ fireflies are very similar to those ਜਿਹੜੀਆਂ ਆਪਾਂ ਅੱਜ ਦੇਖਦੇ ਹਾਂ। ਅੱਜ ਤੋਂ 30 million years ago ਇਹ ਸਾਨੂੰ ਰੌਕਸ ਦੇ ਵਿੱਚ ਮਿਲੀਆਂ ਸੀਗੀਆਂ 30 million years ago। ਅਤੇ ਇਹਨਾਂ ਦੇ ਐਂਡ ਦੇਅਰ ਇੰਸੈਸਟਰ, ਅਤੇ ਇਹਨਾਂ ਦੇ ਇੰਸੈਸਟਰਸ। ਗਾਈਜ਼ ਇੰਸੈਸਟਰਸ ਕੀ ਹੁੰਦੇ ਆ? ਜਿੱਦਾਂ ਆਪਣੇ ਇੰਸੈਸਟਰਸ ਹੋ ਗਏ ਆਪਣੇ ਗ੍ਰੈਂਡ ਪੇਰੈਂਟਸ, ਐਂਡ ਦੈਨ ਉਹਨਾਂ ਦੇ ਗ੍ਰੈਂਡ ਪੇਰੈਂਟਸ ਉਹਨਾਂ ਦੇ, ਸੋ ਜਿਹੜੇ ਪਿੱਛੇ ਫੋਰ ਫਾਦਰਸ ਜਾਂ ਇੰਸੈਸਟਰਸ ਤੁਰੇ ਆ ਰਹੇ ਜਿਹੜੀ ਪੀੜ੍ਹੀ ਦਰ ਪੀੜ੍ਹੀ। ਸੋ ਕਹਿ ਰਹੇ ਕਿ ਉਹਨਾਂ ਦੇ ਅਨਸੈਸਟਰਸ ਐਂਡ ਦੇਅਰ ਇੰਸੈਸਟਰਸ, ਮਤਲਬ ਕਿ ਫਾਇਰਫਲਾਈਜ਼ ਦੇ ਇੰਸੈਸਟਰਸ ਮਤਲਬ ਕਿ ਉਹਨਾਂ ਦੇ ਪੁਰਾਣੇ, were probably glowing long before then। before ਮਤਲਬ ਕਿ ਉਹ ਤੋਂ ਵੀ ਪਹਿਲਾਂ ਦੇ ਸ਼ਾਇਦ ਉਹ ਗਲੋ ਕਰ ਰਹੇ ਹੋਣੇ ਆ। ਸੋ ਜਿਹੜੀਆਂ ਫਾਇਰਫਲਾਈਜ਼ ਅਸੀਂ ਅੱਜ ਦੇਖ ਰਹੇ ਹਾਂ ਉਹ ਅੱਜ ਤੋਂ 30 million years ago ਫਾਰਮ ਹੋਈਆਂ ਸੀ, ਰੌਕਸ ਦੇ ਵਿੱਚ ਲੱਭੀਆਂ ਸੀਗੀਆਂ। ਬਟ ਜਿਹੜੇ ਉਹਨਾਂ ਦੇ ਪੁਰਖ ਆ, ਉਹਨਾਂ ਦੇ ਇੰਸੈਸਟਰਸ ਆ, ਉਹ ਸ਼ਾਇਦ ਉਦੋਂ ਵੀ ਬਹੁਤ ਪਹਿਲਾਂ ਦੇ ਗਲੋ ਕਰ ਰਹੇ ਹੋਣੇ ਆ। ਸੋ ਇੱਥੇ ਉਹ ਸਾਫ਼-ਸਾਫ਼ ਕਹਿ ਰਹੇ ਆ ਕਿ ਉਹ ਕਹਿੰਦੇ ਕਿ ਸਟੇਟਮੈਂਟ ਕਹਿ ਰਹੀ ਆ ਦ ਫਸਟ ਫਾਇਰਫਲਾਈਜ਼ ਅਪੀਅਰਡ 30 million years ago। ਬਟ ਇੱਥੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ, ਉਹਨਾਂ ਦੇ ਅਨਸੈਸਟਰਸ 30 million years ਤੋਂ ਵੀ ਪਹਿਲਾਂ ਦੇ ਕਿਤੇ ਗਲੋ ਕਰ ਰਹੇ ਸੀਗੇ। ਸੋ ਦੇ ਵਰ ਡਿਜ਼ਲਿੰਗ, ਡੈਜ਼ਲਿੰਗ, ਲਾਈਟਨਿੰਗ ਈਵਨ ਬਿਫੋਰ ਦੋਜ਼ 30 years, ਉਹਨਾਂ ਤੋਂ ਵੀ ਪਹਿਲਾਂ ਦੇ। ਸੋ ਇੱਥੇ ਆਪਣੀ ਚੀਜ਼ ਇਹ ਕੌਂਟਰਾਡਿਕਟਰੀ ਹੋ ਗਈ। ਸੋ ਇਟਸ ਨੋਟ 30 years, ਇਟਸ 30 years ਤੋਂ ਵੀ ਪਹਿਲਾਂ ਦੇ। ਸੋ ਆਪਣਾ ਜਿਹੜਾ 35th ਆ ਦੈਟ ਵਿਲ ਬੀ ਅ ਫਾਲਸ। ਆਈ ਹੋਪ ਯੂ ਗੈਟਿੰਗ ਦਿਸ। ਲੈਟਸ ਮੂਵ ਔਨ ਟੂ ਨੈਕਸਟ 36। 36 ਕਹਿ ਰਹੇ ਆ ਗਲੋ ਵਾਰਮ ਪੋਪੂਲੇਸ਼ਨਸ ਆਰ ਡਿਕਰੀਜ਼ਿੰਗ ਫਾਸਟਰ ਇਨ ਸਮ ਕੰਟਰੀਜ਼ ਦੈਨ ਇਨ ਅਦਰ ਕੰਟਰੀਜ਼। ਉਹ ਕਹਿੰਦੇ ਕਿ ਗਲੋ ਵਾਰਮ ਦੀ ਜਿਹੜੀ ਪੋਪੂਲੇਸ਼ਨ ਆ ਉਹ ਘਟਦੀ ਪਈ ਆ ਬਹੁਤ ਜਲਦੀ, ਮਤਲਬ ਡਿਕਰੀਜ਼ਿੰਗ ਫਾਸਟਰ, ਜਲਦੀ ਘਟਦੀ ਪਈ ਆ ਕੁਝ ਕੰਟਰੀਜ਼ ਵਿੱਚ ਅਦਰ ਦੈਨ ਅਦਰ ਕੰਟਰੀਜ਼। ਸੋ ਕੁਝ ਕੰਟਰੀਜ਼ ਦੇ ਵਿੱਚ ਉਹ ਜਿਹੜੀ ਉਹਨਾਂ ਦੀ ਪੋਪੂਲੇਸ਼ਨ ਆ ਉਹ ਜਲਦੀ ਦੇ ਆਰ ਡਿਕਰੀਜ਼ਿੰਗ ਫਾਸਟਰ ਇਨ ਸਮ ਕੰਟਰੀਜ਼ ਦੈਨ ਇਨ ਅਦਰ। ਸੋ ਲੈਟਸ ਸੀ ਇਹਦੇ ਬਾਰੇ ਆਪਾਂ ਕੀ ਨਾ। ਲੈਟਸ ਮੂਵ ਔਨ ਟੂ ਦ ਨੈਕਸਟ ਵਨ। ਸੋ ਆਪਾਂ 36 ਕਰਨਾ ਹੈ। ਲੈਟਸ ਸੀ। ਓਕੇ ਸੋ ਗਾਈਜ਼ ਆਪਾਂ ਦੇਖਦੇ ਹਾਂ ਇਹ 'ਚ ਕਹਿ ਰਹੇ ਆ ਐਜ਼ ਵਿਦ ਮੈਨੀ ਇਨਸੈਕਟਸ ਗਲੋ ਵਾਰਮਸ ਲਾਈਫ ਇਜ਼ ਡਿਵਾਈਡਡ ਇਨਟੂ 4 ਡਿਸਟਿੰਕਟ ਸਟੇਜਿਸ। ਸੋ ਆਪਾਂ ਇੱਥੇ ਪੋਪੂਲੇਸ਼ਨ ਡਿਕਰੀਜ਼ਿੰਗ ਦੀ ਗੱਲ ਕਰਨੀ ਇਨ ਸਮ ਕੰਟਰੀਜ਼, ਅਤੇ ਆਪਾਂ ਨੂੰ ਪਤਾ ਲੱਗਾ ਕਿ ਜਿਹੜਾ ਆਪਣਾ ਸੀ ਪੈਰਾਗ੍ਰਾਫ ਆ ਉਹ ਉਹਨਾਂ ਦੀ ਸਟੇਜਿਸ, ਡਿਸਟਿੰਕਟ ਸਟੇਜਿਸ ਦੇ ਉੱਪਰ ਡਿਪੈਂਡ ਕਰ ਰਿਹਾ। ਸੋ ਇੱਥੇ ਉਹਨਾਂ ਦੀ ਸਟੇਜਿਸ, ਫਸਟ ਸਟੇਜ, ਸੈਕਿੰਡ ਸਟੇਜ ਐਂਡ ਫਾਈਨਲ ਸਟੇਜ ਬਾਰੇ ਗੱਲ ਕੀਤੀ ਹੈ। ਦਿਸ ਇਜ਼ nowhere they are talking about anything to do with the population. In this paragraph they have spoken about the 4 distinct stages. ਸੋ ਇੱਥੇ ਉਹਨਾਂ ਨੇ ਸਟੇਜਿਸ ਦੀ ਗੱਲ ਕੀਤੀ ਹੈ, ਨਥਿੰਗ ਟੂ ਡੂ ਵਿਦ ਦ ਪੋਪੂਲੇਸ਼ਨਸ ਆਰ ਡਿਕਰੀਜ਼ਿੰਗ ਫਾਸਟਰ। ਐਜ਼ ਯੂ ਕੈਨ ਸੇ ਇਫ ਯੂ ਗਿਵ ਇਟ ਅ ਕੁਇਕ ਲੁੱਕ ਯੂ ਕੈਨ ਸੀ 4 different stages. The glowworm begins in this autumn। ਪਹਿਲਾਂ ਕੀ ਬਣਦਾ, then egg is laid, then ਉਹਨੂੰ 35 days ਲੱਗ ਰਹੇ ਆ, then 45 days in a cold weather, then egg ਤੋਂ ਲਾਰਵਾ ਬਣਦਾ ਆ few millimeters ਦੇ ਉੱਤੇ, ਫਿਰ ਲਾਰਵਾ feedings and building 15 months ਹੁੰਦੇ ਆ, then final stage ਦੇ ਵਿੱਚ glowworms ਦੀ ਲਾਈਫ ਬਣਦੀ ਆ, and then lays another 120 eggs and then they die। ਠੀਕ ਹੈ ਨਾ, normally means the light growing adult female। ਸੋ ਇਹਦੇ ਵਿੱਚ ਉਹਨਾਂ ਨੇ ਸੀ ਦੇ ਵਿੱਚ ਜਿਹੜੇ 3 ਪੈਰਾਗ੍ਰਾਫਸ ਦਿੱਤੇ ਉਹਦੇ ਵਿੱਚ ਉਹਨਾਂ ਨੇ ਉਹਦੀ ਡਿਸਟਿੰਕਟ ਸਟੇਜਿਸ ਦੀ ਗੱਲ ਕੀਤੀ ਆ, ਨਥਿੰਗ ਟੂ ਡੂ ਵਿਦ ਦ
glow worm populations in other countries. So let's quickly move on to the next paragraph, that is D. ਹੁਣ ਆਪਾਂ ਆਪਣਾ 36 ਵਾਲਾ glow worm population are decreasing faster in some other countries ਆਪਾਂ ਆਪਣੇ D ਵਾਲੇ ਦੇ ਉੱਪਰ ਬਿਠਾ ਕੇ ਦੇਖਦੇ ਹਾਂ। ਹੁਣ ਇੱਥੇ some countries, so ਕੁਝ countries ਦੀ ਗੱਲ ਹੋ ਰਹੀ ਹੈ। So let's see, in some countries the number of glow worms have been falling. ਉਹ ਕਹਿ ਰਹੇ ਆ ਕਿ ਕੁਝ ਕੰਟਰੀਜ਼ ਦੇ ਵਿੱਚ glow worms ਦਾ ਨੰਬਰ ਘਟ ਰਿਹਾ ਆ। Evidence suggests that there has been a steady decrease in the British glow worm. ਹੁਣ ਇੱਥੇ ਉਹ ਕਹਿ ਰਹੇ ਆ ਕਿ ਜਿਹੜੇ ਐਵੀਡੈਂਸ ਆ ਉਹ ਕਹਿ ਰਹੇ ਆ ਕਿ ਇੱਕ ਸਟੱਡੀ ਡਿਕਰੀਜ਼, ਮਤਲਬ ਕਿ ਬਹੁਤ ਫਾਸਟ ਨਹੀਂ ਬਟ ਇੱਕ ਸਟੱਡੀ ਡਿਕਰੀਜ਼ ਇਨ ਦ ਬ੍ਰਿਟਿਸ਼ ਗਲੋ ਵਰਮ ਪੋਪੂਲੇਸ਼ਨ ਸਿੰਸ ਦ 1950s, ਮਤਲਬ ਕਿ 1950s ਤੋਂ ਹੀ ਬ੍ਰਿਟਿਸ਼ ਗਲੋ ਵਰਮ ਜਿਹੜੀ ਪੋਪੂਲੇਸ਼ਨ ਆ ਉਹ ਹੌਲੀ ਹੌਲੀ, ਬਹੁਤ ਹੀ ਹੌਲੀ ਹੌਲੀ ਡਿਕਰੀਜ਼ ਹੋ ਰਹੀ ਹੈ, ਤੇ ਸ਼ਾਇਦ ਪਤਾ ਨਹੀਂ ਉਹ ਤੋਂ ਪਹਿਲਾਂ ਦੀ ਵੀ ਹੋ ਰਹੀ ਹੋਵੇ। Possible causes for the decline include habitat destruction, pollution and changes in the climate. ਤੇ ਉਹਨਾਂ ਦੀ ਡਿਕਲਾਈਨ ਦੀ ਵਜ੍ਹਾ ਹੈਗੀ ਆ ਹੈਬਿਟੇਟ ਡਿਸਟਰਕਸ਼ਨ ਹੋ ਰਹੀ ਹੈ, ਹੈਬਿਟਸ ਦੀ, ਪੋਲਿਊਸ਼ਨ ਦੇ ਕਰਕੇ, ਤੇ ਕਲਾਈਮੇਟ ਦੇ ਵਿੱਚ ਜਿਹੜਾ ਚੇਂਜ ਆ ਰਿਹਾ ਉਹਦੇ ਕਰਕੇ ਡਿਕਲਾਈਨ ਹੋ ਰਿਹਾ। ਹੁਣ ਸਾਡਾ ਕੁਐਸਚਨ ਸੀਗਾ ਗਲੋ ਵਾਰਮ ਪੋਪੂਲੇਸ਼ਨਸ ਆਰ ਡਿਕਰੀਜ਼ਿੰਗ ਫਾਸਟਰ ਇਨ ਸਮ ਕੰਟਰੀਜ਼ ਰਾਦਰ ਦੈਨ ਇਨ ਦ ਅਦਰ। ਹੁਣ ਇੱਥੇ ਉਹਨਾਂ ਨੇ ਡਿਕਰੀਜ਼ਿੰਗ ਦੀ ਵੀ ਗੱਲ ਕੀਤੀ ਆ, ਫੋਲਿੰਗ ਦੀ ਗੱਲ ਕੀਤੀ ਆ। ਇਨ ਸਮ ਕੰਟਰੀਜ਼ ਦਾ ਨੰਬਰ, ਸਮ ਕੰਟਰੀਜ਼ 'ਚ ਨੰਬਰ ਘਟ ਰਿਹਾ ਆ, ਬਟ ਅਦਰ ਕੰਟਰੀਜ਼ ਦੇ ਨਾਲ ਕੰਪੈਰੀਜ਼ਨ ਇੱਥੇ ਕਿਤੇ ਵੀ ਨਹੀਂ ਉਹਨਾਂ ਨੇ ਕੀਤਾ, ਅਦਰ ਕੰਟਰੀਜ਼ ਦੀ ਗੱਲ ਨਹੀਂ ਕੀਤੀ। ਸੈਕਿੰਡ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਦੀਆਂ ਜਿਹੜੀਆਂ ਗਲੋ ਵਾਰਮ ਪੋਪੂਲੇਸ਼ਨ ਆ ਉਹ ਹੌਲੀ ਹੌਲੀ ਘਟ ਰਹੀ ਆ। ਸੋ ਸਮ ਕੰਟਰੀਜ਼ ਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਸਿਰਫ ਇੱਕ ਦੀ ਦਿੱਤੀ ਆ। ਸੋ ਇੱਥੇ ਉਹਨਾਂ ਨੇ ਕੋਈ ਵੀ ਅਦਰ ਕੰਟਰੀ ਨਾਲ ਉਹਦਾ ਕੰਪੈਰੀਜ਼ਨ ਨਹੀਂ ਕੀਤਾ, ਨਾ ਹੀ ਉਹਨਾਂ ਨੇ ਸਾਨੂੰ ਦੱਸਿਆ ਆ ਕਿ ਉਹ ਫਾਸਟ ਫੋਲਿੰਗ ਹੋ ਰਹੀ ਆ, ਫਾਸਟਰ ਹੋ ਰਹੀ ਆ। ਸੋ ਇਸ ਬਾਰੇ ਉਹਨਾਂ ਨੇ ਕੋਈ ਕੰਪੈਰੀਜ਼ਨ ਨਹੀਂ ਦਿਖਾਇਆ। ਉਹਨਾਂ ਦੱਸਿਆ ਹੈ ਕਿ ਹਾਂ ਕੁਝ ਕੰਟਰੀਜ਼ 'ਚ ਘਟ ਰਹੀ ਆ, ਬਟ ਅਦਰ ਕੰਟਰੀਜ਼ 'ਚ ਕੀ ਹੋ ਰਿਹਾ, ਨੋ ਕੰਪੈਰੀਜ਼ਨ ਇਜ਼ ਸ਼ੋਨ। ਸੋ ਦੈਟ ਮੀਨਸ ਕਿ ਜਿਹੜਾ ਸਾਡਾ 36 ਆ ਦੈਟ ਇਜ਼ ਅ ਨਾਟ ਗਿਵਨ। ਠੀਕ ਹੈ, ਲੈਟਸ ਮੂਵ ਔਨ ਟੂ 37 ਦੇ ਵਿੱਚ ਕਹਿੰਦੇ ਆ ਹੀਟ ਅਫੈਕਟਸ ਦ ਪ੍ਰੋਡਕਸ਼ਨ ਆਫ ਗਲੋ ਵਾਰਮ ਲਾਰਵਾ। ਉਹ ਕਹਿੰਦੇ ਕਿ ਜਿਹੜੀ ਹੀਟ ਆ ਉਹ ਅਫੈਕਟ ਕਰਦੀ ਆ ਦ ਪ੍ਰੋਡਕਸ਼ਨ ਆਫ ਗਲੋ ਵਾਰਮ ਲਾਰਵਾ। ਹੁਣ ਲਾਰਵਾ ਦੀ ਪ੍ਰੋਡਕਸ਼ਨ ਆਪਾਂ ਜਿਹੜਾ ਆਪਣਾ ਸੀ ਵਾਲਾ ਦੇਖਿਆ ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਸਟੇਜਸ ਦੀ ਗੱਲ ਕੀਤੀ, ਉਹਦੇ ਵਿੱਚ ਲਾਰਵਾ ਵੀ ਇੱਕ ਸਟੇਜ ਆ। ਸੋ ਲੈਟਸ ਗੋ ਬੈਕ ਟੂ ਦ ਸੀ ਸੈਕਸ਼ਨ ਸੋ ਦੈਟ ਕਿ ਆਪਾਂ ਲਾਰਵਾ ਦੀ ਸਟੇਜ ਉੱਥੋਂ ਪੜ੍ਹਦੇ ਹਾਂ। ਲੈਟਸ ਸੀ ਕਿ ਜੇ ਸਾਡਾ 37 'ਚ ਸਾਨੂੰ ਇਹ ਆਨਸਰ ਮਿਲਦਾ ਆ, ਕਿਉਂਕਿ ਉਹ ਕਹਿੰਦੇ ਆ ਕਿ ਹੀਟ ਮਤਲਬ ਕਿ ਜਿੱਥੇ ਟੈਂਪਰੇਚਰ ਵੱਧ ਜਾਂਦਾ ਹੈ, ਕਿਉਂਕਿ ਟੈਂਪਰੇਚਰ ਵੱਧਦਾ ਹੈ ਤਾਂ ਉਹਨਾਂ ਹੀਟ ਹੁੰਦੀ ਹੈ। ਜਿੱਦਾਂ ਆਪਾਂ ਕਹਿੰਦੇ ਸਮਰ ਦੇ ਵਿੱਚ ਟੈਂਪਰੇਚਰ ਇਜ਼ ਮੋਰ, ਵਿੰਟਰਸ ਦਾ ਟੈਂਪਰੇਚਰ ਗੋਜ਼ ਡਾਊਨ। ਸੋ ਹੀਟ ਇਫੈਕਟਸ ਦਾ ਪ੍ਰੋਡਕਸ਼ਨ ਆਫ ਗਲੋ ਵਾਰਮ ਲਾਵਾ। ਸੋ ਲਾਵਾ ਦੀ ਪ੍ਰੋਡਕਸ਼ਨ ਦੇ ਵਿੱਚ ਹੀਟ ਅਸਰ ਪਾਉਂਦੀ ਹੈ, ਮਤਲਬ ਕਿ ਜ਼ਿਆਦਾ ਟੈਂਪਰੇਚਰ, ਮਤਲਬ ਕਿ ਟੈਂਪਰੇਚਰ ਦਾ ਇਫੈਕਟ ਹੁੰਦਾ ਹੈ ਮੋਰ ਔਰ ਲੈਸ ਦਾ। ਸੋ ਲੈਟਸ ਸੀ ਵਟ ਕੀ ਵੀ ਕੈਨ ਸੀ ਓਵਰ ਹੇਅਰ। ਲੈਟਸ ਟਾਕ ਅਬਾਊਟ ਦ ਲਾਰਵਾ। ਸੇਜ਼ as with many insects, the glowworm's life is divided into 4 stages: the egg, the larva, the pupa and the adults. So 4 stages मिल गया। Larva is the second stage। अपन इत्थे ये चीज़ समझ लग गई। The freshly laid egg is extremely fragile, but within a few days its surface is hardened into a shell. Shell बन जाती है few days ਦੇ ਵਿੱਚ। The egg usually takes 35 days to hatch. Egg अंडे ਨੂੰ ਟੁੱਟਣ ਲਈ about 35 ਦਿਨ ਲੱਗਦੇ ਆ। But the exact time varies according to the temperature. So ਆਪਾਂ ਨੂੰ ਇੱਥੇ ਇਹ ਚੀਜ਼ ਮਿਲੀ, ਉਹ ਕਹਿੰਦੇ ਕਿ but the exact time varies according to the temperature from about 27 days in hot weather to more 45 days in cold weather. ਉਹ ਕਹਿੰਦੇ ਆ ਕਿ ਲਾਰਵਾ ਦੀ ਹੀਟ, ਜੇ ਆਪਾਂ ਕੁਐਸਚਨ ਨੂੰ ਦੇਖੀਏ, ਹੀਟ ਇਫੈਕਟਸ ਦ ਪ੍ਰੋਡਕਸ਼ਨ ਆਫ ਗਲੋ ਵਾਰਮ ਲਾਰਵਾ, ਮਤਲਬ ਲਾਰਵਾ ਦੇ ਉੱਪਰ ਹੀਟ ਦਾ ਅਸਰ ਹੁੰਦਾ ਆ, ਕਿ ਲਾਰਵਾ ਦੀ ਪ੍ਰੋਡਕਸ਼ਨ ਹੋਣ ਦੇ ਲਈ ਹੀਟ ਦਾ ਅਸਰ ਹੁੰਦਾ ਆ। ਐਂਡ ਯੈਸ ਆਪਾਂ ਨੇ ਇੱਥੇ ਸਾਫ਼ ਲਿਖ ਰਿਹਾ ਆ ਕਿ ਐਗ ਨੂੰ ਯੂਜੂਅਲੀ 35 ਡੇਜ਼ ਲੱਗਦੇ ਆ ਹੈਚ ਲਈ, ਬਟ ਐਗਜ਼ੈਕਟ ਟਾਈਮ 27 ਤੋਂ 45 ਡੇਜ਼ ਹੁੰਦਾ ਆ, ਕਿਉਂਕਿ ਅਕੋਰਡਿੰਗ ਟੂ ਟੈਂਪਰੇਚਰ ਮਤਲਬ ਕਿ 27 ਦਿਨ ਇਨ ਹੌਟ ਵੈਦਰ, ਅਤੇ ਜੇ ਕੋਲਡ ਵੈਦਰ ਆ ਤਾਂ 45 ਡੇਜ਼, ਮਤਲਬ ਕਿ ਟੈਂਪਰੇਚਰ ਦਾ ਹੀਟ ਦਾ ਇਫੈਕਟ ਪੈਂਦਾ ਆ। ਸੋ ਆਪਣਾ ਜਿਹੜਾ 37th ਆਨਸਰ ਹੋ ਗਿਆ ਦੈਟ ਵਿਲ ਬੀ ਅ ਟਰੂ। ਠੀਕ ਹੈ,
ਨੈਕਸਟ ਆਪਾਂ ਪੜ੍ਹਦੇ ਹਾਂ, adulthood is the longest stage of a glowworm's life. Adulthood is the longest stage. Longest मतलब लंबी, लंबी कितना, डेज वाइज, मंथ वाइज या ईयर वाइज, मतलब कि अडल्टहुड मतलब कि ਜਿਹੜੀ ਅਡਲਟ ਫਲਾਈ ਆ ਉਹਦੀ ਉਮਰ, ਉਹਦੀ ਸਟੇਜ ਦੀ ਉਮਰ, ਕਿਉਂਕਿ ਇਹਨਾਂ ਨੇ ਆਪਾਂ ਨੂੰ 4 ਸਟੇਜਸ ਦੀ ਗੱਲ ਕੀਤੀ ਹੈ। ਪਹਿਲੀ ਸਟੇਜਸ ਐਗ, ਦੂਜੀ ਸਟੇਜ ਇਹਨਾਂ ਨੇ ਆਪਾਂ ਨੂੰ ਦੱਸੀ ਸੀਗੀ ਲਾਰਵਾ, ਤੀਜੀ ਸਟੇਜ ਪਿਊਪਾ ਐਂਡ ਦ ਫੋਰਥ ਇਜ਼ ਦ ਅਡਲਟ। ਮਤਲਬ ਕਿ ਜਿਹੜੀ ਚੌਥੀ ਸਟੇਜ ਆ ਅਡਲਟਹੁਡ ਸਟੇਜ ਇਜ਼ ਦ ਲੌਂਗੈਸਟ ਸਟੇਜ ਆਫ ਅ ਗਲੋਵਰਮਸ ਲਾਈਫ। ਉਹ ਕਹਿੰਦੇ ਆ ਅਡਲਟਹੁਡ ਜਿਹੜੀ ਆ ਉਹ ਸਭ ਤੋਂ ਲੰਬੀ ਸਟੇਜ ਆ ਗਲੋਵਰਮ ਦੀ ਲਾਈਫ ਦੇ ਵਿੱਚ। ਸੋ ਆਪਾਂ ਇੱਥੇ ਪਹਿਲਾਂ ਦੇਖ ਲਿਆ ਕਿ ਐਗ ਦੀ ਸਟੇਜ ਇਜ਼ 35 ਡੇਜ਼, ਐਗ ਤੋਂ ਲਾਰਵਾ ਬਣਨ ਦਾ ਟਾਈਮ 27 to 45 ਡੇਜ਼, ਔਨ ਐਵਰੇਜ 35 ਡੇਜ਼, ਠੀਕ ਹੈ। ਨੈਕਸਟ ਆਪਾਂ ਇੱਥੇ ਦੇਖਦੇ ਹਾਂ, ਦ ਲਾਰਵਾ ਸਲੋਲੀ ਗਰੋਜ਼ ਫਰੋਮ ਅ ਫਿਊ ਮਿਲੀਮੀਟਰਸ ਇਨਟੂ ਅ shape size of matchstick. The larva stage is the only time the insect can feed. The larva devotes much of its life feeding and building, ठीक है, up to food resources. As adult it will be free to concentrate throughout its time as larva, approximately 15 months the glowworm emits to a bright light. So that means कि ਜਿਹੜੀ larva ਦੀ stage ਹੈ ਉਹ ਹੈਗੀ ਆ 15 months ਦੀ। ਸੋ ਆਪਾਂ ਪਹਿਲਾਂ ਦੇਖਿਆ 35 ਡੇਜ਼, 27 to 45 ਡੇਜ਼, ਅਗਲੀ ਹੋ ਗਈ 15 ਮੰਥਸ। ਨਾਓ ਲੈਟਸ ਗੋ ਟੂ ਦ ਫਾਈਨਲ ਸਟੇਜ। ਇਨ ਦ ਫਾਈਨਲ ਸਟੇਜ ਦ glowworm's life, the larva encases itself into a pupa skin. pupa skin ਦੇ ਵਿੱਚ ਹੋ ਗਈ, while it changes from the simple larva to a more complex adult fly. adult fly ਬਣ ਗਿਆ। When adult fly emerges from the pupa, the male seeks a female with whom it can mate together. After mating, the female lays about 120 eggs. The adult flies have no mouth parts, cannot eat and therefore only live few days. So ਇੱਥੇ ਉਹਨਾਂ ਨੇ ਆਪਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਜਿਹੜੀ adult flies ਹੁੰਦੀ ਆ have no mouth parts, cannot eat and therefore only live for few days, ਕੁਛ ਦਿਨ। ਸੋ ਦੈਟ ਮੀਨਸ ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਜਿਹੜੀ ਅਡਲਟਹੁੱਡ ਦੀ ਜਿਹੜੀ ਸਟੇਜ ਆ ਉਹ ਸਿਰਫ ਕੁਛ ਦਿਨਾਂ ਦੀ ਹੁੰਦੀ ਆ, ਫਿਊ ਡੇਜ਼। ਦੈਟ ਮੀਨਸ ਕਿ ਇਸ ਪ੍ਰੋਸੈਸ ਵਿੱਚ ਸਭ ਤੋਂ ਲੰਬੀ ਲੌਂਗੈਸਟ ਸਟੇਜ ਕਿਹਦੀ ਹੋਈ, ਲਾਰਵਾ ਦੀ ਹੋਈ, 15 ਮੰਥਸ। ਸੋ ਸਾਨੂੰ ਕੁਐਸਚਨ 'ਚ ਕਿਹਾ ਆਇਆ ਕਿ ਅਡਲਟਹੁੱਡ is the longest stage of a glowworm's life. No, it's not, because ਇਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ adulthood ਦੀ age is only few days, ਮਤਲਬ ਕਿ ਉਹ ਮਰ ਜਾਂਦੀ ਹੈ। ਅਤੇ ਉੱਪਰ ਸਾਨੂੰ ਸਾਫ਼-ਸਾਫ਼ ਪਤਾ ਹੈ ਕਿ ਲਾਰਵਾ ਦੀ 15 ਮੰਥਸ ਹੁੰਦੀ ਹੈ। ਸੋ ਇਨ ਅ ਕੰਪੈਰੀਜ਼ਨ ਵੀ ਨੋ ਦੈਟ ਅਡਲਟਹੁੱਡ ਇਜ਼ ਨਾਟ ਦੀ ਲੌਂਗੈਸਟ ਸਟੇਜ। ਸੋ ਸਾਡਾ ਜਿਹੜਾ 38th ਆਨਸਰ ਹੋ ਜਾਊਗਾ that will be a false. Okay, let's see the 39th. The exact reason why glowworm numbers are decreasing is unknown. ਠੀਕ ਹੈ, ਆਪਾਂ ਡੀ ਪਾਰਟ ਦੇ ਵਿੱਚ ਪੜ੍ਹਦੇ ਪਏ ਸੀਗੇ ਕਿ ਗਲੋਵਰਮ ਦੀ ਪੋਪੂਲੇਸ਼ਨ ਡਿਕਰੀਜ਼ ਹੋ ਰਹੀ ਆ, ਠੀਕ ਹੈ, ਬ੍ਰਿਟਿਸ਼ ਦੇ ਵਿੱਚ ਉਹ ਡਿਕਰੀਜ਼ ਹੋ ਰਹੀ ਆ, ਹੌਲੀ ਹੌਲੀ ਡਿਕਰੀਜ਼ ਹੋ ਰਹੀ ਆ। ਸੋ ਲੈਟਸ ਮੂਵ ਔਨ ਟੂ ਦ ਡੀ ਪਾਰਟ, ਕਿਉਂਕਿ ਇੱਥੇ ਆਪਣਾ ਨੈਕਸਟ ਲੈਟਸ ਕੁਇਕਲੀ ਗੋ ਆਊਟ ਟੂ ਦੈਟ। ਓਕੇ, ਵੀ ਆਰ ਬੈਕ ਔਨ ਦ ਡੀ ਪਾਰਟ ਐਂਡ ਇਟ ਸੇਜ਼ ਦ ਐਗਜ਼ੈਕਟ ਰੀਜ਼ਨ why glowworm numbers are decreasing is unknown. Exact reason मतलब कि इसी वजह करके glowworm ਦਾ ਨੰਬਰ ਘਟ ਰਿਹਾ। ਉਹ ਕਹਿੰਦੇ ਕਿ ਜਿਹੜੇ glowworms ਦੇ ਨੰਬਰ ਡਿਕਰੀਜ਼ ਹੋ ਰਹੇ ਆ, ਘਟ ਰਹੇ ਆ, ਡਿਕਲਾਈਨ ਹੋ ਰਹੇ ਆ, ਉਹਦੀ ਜੋ ਐਗਜ਼ੈਕਟ ਵਜ੍ਹਾ ਆ, ਜੋ ਸਹੀ ਮੇਨ ਵਜ੍ਹਾ ਆ, ਇੱਕੇ ਜਿਹੜੀ ਐਗਜ਼ੈਕਟ ਸਹੀ ਵਜ੍ਹਾ ਆ ਉਹ ਹਜੇ ਤੱਕ ਅਨਨੋਨ ਆ। ਮਤਲਬ ਕਿ ਸਾਨੂੰ ਉਸ ਵਜ੍ਹਾ ਬਾਰੇ ਹਜੇ ਤੱਕ ਨਹੀਂ ਪਤਾ ਐਗਜ਼ੈਕਟ ਜਿਹੜੀ ਵਜ੍ਹਾ ਆ। ਸੋ ਲੈਟਸ ਗੋ ਹੇਅਰ। ਆਪਾਂ ਡੀ ਦੇ ਵਿੱਚ ਪੜ੍ਹਿਆ ਸੀਗਾ ਇਨ ਸਮ ਕੰਟਰੀਜ਼ ਨੰਬਰ ਉਹਨਾਂ ਦੇ ਫਾਲ ਹੋ ਰਹੇ ਆ। ਐਵੀਡੈਂਸ ਸਜੈਸਟਸ that there has been a steady decrease in British glowworm population. ठीक है, next line बेटा ध्यान ना देखो, it says possible causes for the decline means decrease, fall, include habitat destruction, pollution and changes in the climate. ਹੁਣ contradictory word देखो, the question ਦੇ ਵਿੱਚ ਉਹਨਾਂ ਨੇ ਲਿਖਿਆ ਹੈ the exact reason मतलब कि दे आर 500% श्योर कि आ वजह आ। सो कहते कि जो एग्जैक्ट रीजन आ ग्लोवॉर्म नंबर्स के घटन का वो हजे तक नहीं पता, इज़ अननोन।
ਸੋ ਉਹਨਾਂ ਨੂੰ ਨਹੀਂ ਪਤਾ ਕਿ ਮੇਨ ਐਗਜ਼ੈਕਟ ਰੀਜ਼ਨ ਕੀ ਆ। ਇੱਥੇ ਉਹਨਾਂ ਨੇ ਕਿਹਾ ਆ ਕਿ ਪੋਸੀਬਲ ਕਾਜ਼ਜ਼, ਮਤਲਬ ਕਿ ਪੋਸੀਬਲੀ ਸਾਨੂੰ ਲੱਗਦਾ ਕਿ ਇਹ ਵਜ੍ਹਾ ਹੋ ਸਕਦੀ ਆ ਉਹਨਾਂ ਦੇ ਨੰਬਰ ਘਟਣ ਦੀ, ਜਿਹਦੇ ਵਿੱਚ ਡਿਸਟਰਕਸ਼ਨ ਆਉਂਦੀ ਆ, ਪੋਲਿਊਸ਼ਨ ਆਉਂਦਾ ਆ, ਕਲਾਈਮੇਟ ਆਉਂਦਾ ਆ। ਸੋ ਕਹਿੰਦੇ ਕਿ ਇਹ ਵਜ੍ਹਾ ਹੋ ਸਕਦੀਆਂ ਆ ਉਹਨਾਂ ਦੇ ਨੰਬਰ ਘਟਣ ਦੇ ਵਿੱਚ। ਸੋ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਲਾਈਨ 'ਚ ਲਿਖਿਆ ਕਿ ਇਹ ਵਜ੍ਹਾ ਹੋ ਸਕਦੀਆਂ ਪੋਸੀਬਲ ਕਾਜ਼ਜ਼, ਪੋਸੀਬਲ ਆ, ਪ੍ਰੋਬੇਬਲ ਆ। ਸੋ ਕਹਿੰਦੇ ਕਿ prediction, it can be possibly 100% accurate or possibly maybe 90. So possible means you have some chances, yes or no, 50-50, 70-30. So possible causes ਇਹ ਹੋ ਸਕਦੇ ਆ ਉਹਨਾਂ ਦੇ ਨੰਬਰ ਡਿਕਲਾਈਨ ਹੋਣ ਦੇ, ਜਿਨ੍ਹਾਂ ਨੇ ਇੱਥੇ ਦੱਸਿਆ। ਦੈਟ ਮੀਨਸ ਕਿ ਉਹਨਾਂ ਨੂੰ ਐਗਜ਼ੈਕਟ ਵਜ੍ਹਾ ਨਹੀਂ ਪਤਾ ਹੈਗੀ, ਦੇ ਡੋਂਟ ਨੋ ਦਾ ਐਗਜ਼ੈਕਟ ਰੀਜ਼ਨ ਕਿਉਂ ਨੰਬਰ ਡਿਕਲਾਈਨ ਹੋ ਰਹੇ ਆ। ਤੇ ਕੁਐਸਚਨ 'ਚ ਵੀ ਇਹੀ ਲਿਖਿਆ ਆ, ਦ ਐਗਜ਼ੈਕਟ ਰੀਜ਼ਨ ਵਾਈ ਗਲੋਵਾਰਮ ਨੰਬਰਸ ਆਰ ਡਿਕਰੀਜ਼ਿੰਗ ਇਜ਼ ਅਨਨੋਨ, ਉਹਨਾਂ ਨੂੰ ਨਹੀਂ ਪਤਾ। ਸੋ ਆਪਣਾ 39 ਜਿਹੜਾ ਹੋ ਗਿਆ ਦੈਟ ਇਜ਼ ਅ ਟਰੂ। ਠੀਕ ਹੈ, ਲੈਟਸ ਮੂਵ ਔਨ ਟੂ ਦ ਲਾਸਟ ਵਨ। ਲਾਸਟ ਵਾਲਾ ਆ ਰਿਹਾ ਆ, glowworms are usually found in wet areas। ਉਹ ਕਹਿੰਦੇ ਕਿ ਜਿਹੜੇ glowworms ਆ ਉਹ ਆਮ ਤੌਰ 'ਤੇ, ਜ਼ਿਆਦਾ ਤੌਰ 'ਤੇ ਵੈਟ ਏਰੀਆਜ਼, ਗਿੱਲੀ ਜਗ੍ਹਾ, ਜਿੱਦਾਂ ਵੀ ਸਲਾਬੇ ਵਾਲੀ ਜਗ੍ਹਾ ਜਾਂ ਪਾਣੀ ਵਾਲੀ ਜਾਂ ਗਿੱਲੀ, ਮਤਲਬ ਕਿ ਵੈਟ ਏਰੀਆਜ਼ ਜਿਹੜੇ ਗਿੱਲੇ ਹੁੰਦੇ ਆ, ਜ਼ਰੂਰੀ ਨਹੀਂ ਕਿ ਉੱਥੇ ਪਾਣੀ ਹੁੰਦਾ, ਬਟ ਜਿਹੜੇ ਗਿੱਲੇ ਹੁੰਦੇ ਆ। ਸੋ ਕਹਿੰਦੇ ਆ ਕਿ glowworms are usually found in wet areas। ਉਹ ਕਹਿੰਦੇ glowworm ਜਿਹੜੇ ਵੈਟ ਏਰੀਆਜ਼ 'ਚ ਹੁੰਦੇ ਆ। ਲੈਟਸ ਮੂਵ ਔਨ ਟੂ ਦ ਨੈਕਸਟ and the last paragraph. So let's start from the start. Although glowworms are found wherever conditions are damp, food is in good supply, and there is an overhanging wall, they are most specular in caves. ਸਾਨੂੰ ਸਾਡਾ ਫਸਟ ਲਾਈਨ 'ਚ ਆਂਸਰ ਮਿਲ ਗਿਆ, ਪੂਰਾ ਪੈਰਾਗ੍ਰਾਫ ਪੜ੍ਹਨ ਦੀ ਲੋੜ ਹੀ ਨਹੀਂ ਪਈ। ਧਿਆਨ ਨਾਲ ਬੇਟਾ, ਜਸਟ ਧਿਆਨ ਨਾਲ, ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕੀ ਲਿਖਿਆ, ਤੁਹਾਨੂੰ ਵਰਡਸ ਦਾ ਪਤਾ ਹੋਣਾ ਚਾਹੀਦਾ ਹੈ। 40th ਕੁਐਸਚਨ ਦੁਬਾਰਾ ਦੇਖੋ, glowworms are usually found in wet areas। wet word ਧਿਆਨ ਰੱਖੋ। ਹੁਣ ਈ ਤੇ ਜਾਓ, ਜੋ ਮੈਂ ਹਾਈਲਾਈਟ ਕੀਤਾ, although glowworms are found wherever, ਉਹ ਕਹਿੰਦੇ ਆ ਕਿ glowworms found ਆ ਜਿੱਥੇ ਕਿਤੇ ਵੀ conditions are damp। what is damp? You know, sometimes we say in Punjabi we use the word ਕਿ ਉਹ ਸਲੱਬ ਆ ਗਿਆ, ਡੈਂਪ ਹੋਇਆ ਆ, ਗਿੱਲਾ ਹੋਇਆ ਆ, ਇਟਸ ਵੈਟ। ਸਲਾਬਾ ਹੋ ਗਿਆ, ਕੰਧਾਂ ਗਿੱਲੀਆਂ ਹੋ ਗਈਆਂ ਤਾਂ ਖਰਾਬ ਹੋ ਗਈਆਂ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਆ ਡੈਂਪ। ਸੋ ਉਹਨਾਂ ਨੇ ਵੈਟ ਦੀ ਜਗ੍ਹਾ ਪੈਰਾਗ੍ਰਾਫ 'ਚ ਵਰਡ ਯੂਜ਼ ਕੀਤਾ ਆ ਡੰਪ, ਡੈਂਪ ਵਰਡ ਯੂਜ਼ ਕੀਤਾ ਆ ਇੰਸਟੈਡ ਆਫ ਵੈਟ। ਸੋ ਆਪਾਂ ਨੂੰ 40th ਕੁਐਸਚਨ 'ਚ ਉਹਨਾਂ ਨੇ ਵੈਟ ਵਰਡ ਯੂਜ਼ ਕੀਤਾ ਆ, ਬਟ ਈ ਦੇ ਵਿੱਚ ਉਹਨਾਂ ਨੇ ਡੈਂਪ ਵਰਡ ਯੂਜ਼ ਕੀਤਾ ਆ। ਸੋ ਇਟਸ ਟਰੂ, ਕਿਉਂਕਿ ਉਹਨਾਂ ਨੇ ਕਿਹਾ ਕਿ ਉੱਥੇ ਮਿਲਦੀਆਂ ਜਿੱਥੇ ਕੰਡੀਸ਼ਨਸ ਡੈਂਪ ਹੁੰਦੀਆਂ ਆ। ਕੁਐਸਚਨ 'ਚ ਕਿਹਾ ਕਿ ਉੱਥੇ ਮਿਲਦੀਆਂ ਜਿੱਥੇ ਏਰੀਏ ਗਿੱਲੇ ਹੁੰਦੇ ਆ, ਵੈਟ ਹੁੰਦੇ ਆ। ਸੋ ਵਿਲ ਸੇ ਦ 40th ਇਜ਼ ਟਰੂ। I'll just type it. I think it was the 34th we did was not given, 35th we did was false, 36th we did was not given. Let's just quickly go through it. So it was not given, then it was false, then it was not given, then it was true and false. For 37th was a true, 38 was a true. The correct reason, okay, sorry, this was true and I think this was false. Okay, so ये हो गए अपने 34 to 40th true false not given of a passage. So guys, मैं हजे भी ਤੁਹਾਨੂੰ यही suggest करूँगी, if you are thinking कि ਤੁਸੀਂ IELTS एग्जाम देना है तो ਤੁਹਾਡੇ को मे बी 7 days ਹੈਗੇ ਆ ਜਾਂ 15 days ਪਏ ਆ ਤੁਹਾਡੇ ਐਗਜ਼ਾਮ 'ਚ, ਜਾਂ 1 month ਪਿਆ ਹੈ, ਤੁਸੀਂ ਅਜੇ ਬੁੱਕ ਕਰਵਾਉਣਾ ਆ ਜਾਂ ਤੁਸੀਂ ਪ੍ਰਪੇਅਰ ਕਰ ਰਹੇ ਆ, I'll seriously suggest you guys to try to understand it. You need the tricks, you need the tips. I understand that. You know, like when you're in school, they say there's the important questions. These are very important questions. There's very important questions have highest chances to come in the exam, but doesn't mean they will come or not. I honestly say कि थोड़ा ਜਿਹਾ ਨਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੀ basic understanding ਜ਼ਰੂਰ ਹੋਣੀ ਚਾਹੀਦੀ ਆ to get maybe even 9, to be very honest, ठीक है।
ਟਰਾਈ ਟੂ ਡੂ ਦੈਟ, ਇਟ ਵਿਲ ਬੀ ਵੈਰੀ ਹੈਲਪਫੁਲ ਯੂ। ਉਸ ਤੋਂ ਬਾਅਦ ਵਿੱਚ ਆਪਣੀ ਟਾਈਮ ਮੈਨੇਜਮੈਂਟ ਦੇ ਉੱਪਰ ਵਰਕ ਕਰੋ, ਠੀਕ ਹੈ। ਪਹਿਲਾਂ ਇਹਨਾਂ ਨੂੰ ਸਮਝੋ ਅਤੇ ਇਹਨਾਂ ਨੂੰ ਉਸ ਚੀਜ਼ ਦੇ ਉੱਤੇ ਬਿਠਾਓ। ਤੁਹਾਨੂੰ ਕੁਛ ਲੱਗ ਰਿਹਾ ਹੈ ਉਹਨੂੰ ਬਾਰ-ਬਾਰ ਅੰਡਰਲਾਈਨ ਕਰੋ, ਉਸ ਲਾਈਨ ਨੂੰ 2 ਵਾਰੀ ਪੜ੍ਹੋ, 3 ਵਾਰੀ ਪੜ੍ਹੋ, ਟਰਾਈ ਟੂ ਅੰਡਰਸਟੈਂਡ ਕਿ ਉਸ ਚੀਜ਼ 'ਚ ਕੀ ਕਿਹਾ ਆ। ਐਂਡ ਸੈਕਿੰਡਲੀ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਕਹੂੰਗੀ, ਤੁਸੀਂ ਰੀਡਿੰਗ ਦੀ ਪ੍ਰੈਕਟਿਸ ਕਰ ਰਹੇ ਹੋ, ਇਫ ਯੋਰ ਮਾਈਂਡ ਗੈਟ ਟਾਇਰਡ ਨਾ, stop there, don't do it, it's not gonna help you, just stop, take a break and then start it again. So this was true, false, not given। ਇਹਦੇ ਬਾਕੀ ਦੇ ਜਿਹੜੇ ਕੁਐਸਚਨਸ ਆਪਣੇ ਰਹਿੰਦੇ ਸੀ 28 ਤੋਂ 33 ਦੇ ਜਿਹੜੇ ਨੈਕਸਟ ਸੈਸ਼ਨ ਹੋ ਗਏ ਵਿਲ ਡੂ ਇਨ ਦ ਨੈਕਸਟ ਵੀਡੀਓ। ਅੱਜ ਦੀ ਵੀਡੀਓ 'ਚ ਆਪਾਂ ਬਸ ਇੰਨਾ ਹੀ ਕਰਾਂਗੇ। ਐਂਡ ਆਈ ਹੋਪ ਯੂ ਲਾਈਕ ਦਿਸ ਵੀਡੀਓ। ਇਫ ਯੂ ਡੂ, ਕਲਿੱਕ ਔਨ ਦ ਲਾਈਕ ਬਟਨ ਐਂਡ ਸਬਸਕ੍ਰਾਈਬ ਦਿਸ ਚੈਨਲ। ਅਤੇ ਕਮਿਊਨਿਟੀ ਪੇਜ 'ਤੇ ਜਾਓ, ਸਪੈਲਿੰਗਸ ਜਿਹੜੇ ਹੈਗੇ ਆਪਣੇ ਚੈੱਕ ਕਰੋ, ਰੋਜ਼ ਵੋਟਿੰਗ ਕਰੋ, ਸੋ ਯੂ ਨੋ ਵਟਸ ਗੋਇੰਗ ਔਨ, ਬਿਕਾਜ਼ ਉਹ ਮੋਸਟ ਕਾਮਨ ਵਰਡਸ ਆ ਜੋ ਲਿਸਨਿੰਗ ਦੇ ਵਿੱਚ ਆਪਾਂ ਗਲਤ ਕਰਦੇ ਹਾਂ। And I will see you soon and best of luck for your exams. Thank you.